गणतंत्र दिवस ਨੂੰ ਲੈ ਕੇ ਪੰਜਾਬ ਦੇ ਸਣੇ ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ। ਖੁਫੀਆ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਵਿੱਚ ਆਈਡੀ ਬਲਾਸਟ ਕਰ ਸਕਦੇ ਨੇ ਦਹਿਸ਼ਤਗਰਦ। ਸਲੀਪਰ ਸੈੱਲ ਦੇ ਜ਼ਰੀਏ ਹਮਲਾ ਕਰਨ ਦੀ ਕੋਸ਼ਿਸ਼ ਦੇ ਵਿੱਚ ਆਈਐਸਆਈ ਤੇ ਅਲ-ਕਾਇਦਾ। ਜਲੰਧਰ ਤੇ ਲਤੀਫਪੁਰਾ ਦੇ ਲੋਕਾਂ ਨੇ ਨੈਸ਼ਨਲ ਹਾਈਵੇ ਅਤੇ ਰੇਲਵੇ ਟਰੈਕ ਕੀਤਾ ਜਾਮ। ਸ਼ਾਮ 4 ਵਜੇ ਤੱਕ ਆਵਾਜਾਈ ਰਹੇਗੀ ਠੱਪ। ਮੁੜ ਵਸੇਬੇ ਦੀ ਕੀਤੀ ਜਾਰੀ ਮੰਗ। ਚੰਡੀਗੜ੍ਹ ਦੇ ਵਿੱਚ ਸੀਐਮ ਭਗਵੰਤ ਮਾਨ ਨੇ 271 ਨਵੇਂ ਡਾਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ। ਬੋਲੇ ਹੁਣ ਤੱਕ 25,000 ਤੋਂ ਵੱਧ ਨੌਜਵਾਨਾਂ ਨੂੰ ਦਿੱਤਾ ਰੋਜ਼ਗਾਰ। ਆਉਣ ਵਾਲੇ ਦਿਨਾਂ ਦੇ ਵਿੱਚ 6,000 ਕੱਚੇ ਮੁਲਾਜ਼ਮ ਵੀ ਕਰਾਂਗੇ ਪੱਕੇ। ਦਿੱਲੀ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ। ਟੀਚਰਾਂ ਦੇ ਮੁੱਦੇ ਤੇ ਐਲਜੀ ਖਿਲਾਫ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ। ਕੇਜਰੀਵਾਲ ਦੀ ਅਗਵਾਈ ਦੇ ਵਿੱਚ ਕੱਢਿਆ ਜਾ ਰਿਹਾ ਪੈਦਲ ਮਾਰਚ। ਤਾਂ ਭਾਜਪਾ ਨੇ ਹਵਾ ਪ੍ਰਦੂਸ਼ਣ ਦੇ ਮੁੱਦੇ ਤੇ ਘੇਰੀ ਕੇਜਰੀਵਾਲ ਸਰਕਾਰ। ਰਿਮੋਟ ਵੋਟਿੰਗ ਮਸ਼ੀਨ ਨੂੰ ਲੈ ਕੇ ਦਿੱਲੀ ਦੇ ਵਿੱਚ ਆਲ ਪਾਰਟੀ ਮੀਟਿੰਗ ਜਾਰੀ। ਚੋਣ ਕਮਿਸ਼ਨ ਦੇ ਨਾਲ ਹੋ ਰਹੀ ਬੈਠਕ। ਪ੍ਰਵਾਸੀਆਂ ਦੇ ਲਈ ਬਣਾਈ ਰਿਮੋਟ ਵੋਟਿੰਗ ਮਸ਼ੀਨ ਦਾ ਦਿੱਤਾ ਜਾਵੇਗਾ ਡੈਮੋ। ਅਗਨੀਵੀਰਾਂ ਦੇ ਪਹਿਲੇ ਬੈਚ ਦੇ ਨਾਲ ਪੀਐਮ ਮੋਦੀ ਨੇ ਕੀਤਾ ਸੰਵਾਦ। ਵਰਚੁਅਲ ਤਰੀਕੇ ਦੇ ਨਾਲ ਅਗਨੀਵੀਰਾਂ ਦੇ ਨਾਲ ਜੁੜੇ ਪੀਐਮ। ਪਹਿਲੇ ਬੈਚ ਦੇ ਵਿੱਚ 40,000 ਅਗਨੀਵੀਰਾਂ ਦੀ ਹੋਈ ਟ੍ਰੇਨਿੰਗ। ਚੰਡੀਗੜ੍ਹ ਦੇ ਸੈਕਟਰ 53 ਦੇ ਵਿੱਚ ਦਰਦਨਾਕ ਹਾਦਸਾ। ਕੁੱਤਿਆਂ ਨੂੰ ਖਾਣਾ ਦੇ ਰਹੀ ਲੜਕੀ ਨੂੰ ਥਾਰ ਨੇ ਮਾਰੀ ਟੱਕਰ। ਹਾਦਸੇ ਦੇ ਵਿੱਚ ਕੁੜੀ ਗੰਭੀਰ ਜ਼ਖਮੀ। ਥਾਰ ਚਾਲਕ ਦੀ ਭਾਲ ਜਾਰੀ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਬੁਲੇਟਿਨ ਦੀ ਸ਼ੁਰੂਆਤ ਖੌਫਨਾਕ ਤਸਵੀਰਾਂ ਤੋਂ ਕਰਦੇ ਹਾਂ। ਚੰਡੀਗੜ੍ਹ ਦੇ ਵਿੱਚ ਥਾਰ ਨੇ ਕੁੜੀ ਨੂੰ ਟੱਕਰ ਮਾਰੀ ਹੈ। ਜ਼ਬਰਦਸਤ ਟੱਕਰ ਮਾਰੀ ਹੈ। ਸੈਕਟਰ 53 ਫਰਨੀਚਰ ਮਾਰਕੀਟ ਦੀ ਇਹ ਸਾਰੀ ਘਟਨਾ ਹੈ। ਕੁੱਤਿਆਂ ਨੂੰ ਦਰਅਸਲ ਦੱਸ ਦਈਏ ਕਿ ਖਾਣਾ ਦੇਣ ਜਾ ਰਹੀ ਸੀ ਇਹ ਲੜਕੀ। ਖਾਣਾ ਦੇ ਰਹੀ ਸੀ ਇਹ ਲੜਕੀ ਤਾਂ ਰੋਂਗ ਸਾਈਡ ਤੋਂ ਆ ਰਹੀ ਥਾਰ ਜਿਹੜੀ ਹੈ ਉਹ ਫੇਟ ਮਾਰਦੀ ਹੈ। ਹਸਪਤਾਲ ਦੇ ਵਿੱਚ ਫਿਲਹਾਲ ਲੜਕੀ ਦੀ ਹਾਲਤ ਕਾਫੀ ਗੰਭੀਰ ਹੈ। ਪਰ ਹਾਦਸੇ ਤੋਂ ਬਾਅਦ ਥਾਰ ਚਾਲਕ ਜੋ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ। ਬਜਾਏ ਕਿ ਲੜਕੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਜਾਏ, ਉਸ ਨੂੰ ਐਮਰਜੈਂਸੀ ਦੇ ਵਿੱਚ ਦਾਖਲ ਕਰਾਇਆ ਜਾਏ, ਬਲਕਿ ਥਾਰ ਚਾਲਕ ਨੇ ਸੋਚਿਆ ਫਰਾਰ ਹੋਣ ਦਾ ਤਾਂ ਫਰਾਰ ਹੋ ਗਿਆ। ਤਾਂ ਅਜੇ ਤੱਕ ਵੀ ਜਾਣਕਾਰੀ ਅਜਿਹੀ ਨਹੀਂ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਵੇ। ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਦੇ ਵੱਲੋਂ ਸਾਰੀ ਕਾਰਵਾਈ ਇਸ ਮਾਮਲੇ 'ਚ ਕੀਤੀ ਜਾ ਰਹੀ ਹੈ। ਔਰ ਲੜਕੀ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਨੂੰ ਇਹ ਟੱਕਰ ਮਾਰੇਗੀ, ਜਿਸ ਨੂੰ ਇਹ ਫੇਟ ਮਾਰ ਰਹੀ ਹੈ ਥਾਰ। ਤਾਂ ਸਾਫ਼ ਤੌਰ ਤੇ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਜੋ ਤੁਹਾਨੂੰ ਸਕਰੀਨ ਤੇ ਵੀ ਦਿਖਾ ਰਹੇ ਹਾਂ। ਤਾਂ ਇੱਕ ਕਾਲੇ ਰੰਗ ਦੀ ਥਾਰ ਹੈ ਜੋ ਦੂਰੋਂ ਆ ਰਹੀ ਹੈ ਔਰ ਉਸ ਦੇ ਵੱਲੋਂ ਇਸ ਲੜਕੀ ਨੂੰ ਜੋ ਕੁੱਤੇ ਨੂੰ ਖਾਣਾ ਖਵਾ ਰਹੀ ਸੀ ਤਾਂ ਫਿਰ ਉਸ ਨੂੰ ਅਜਿਹੀ ਟੱਕਰ ਮਾਰੀ ਜਾਂਦੀ ਹੈ ਜੋ ਗੰਭੀਰ ਜ਼ਖਮੀ ਹੋ ਗਈ ਹੈ। ਤਾਂ ਮੌਕੇ ਤੇ ਜਾਇਜ਼ਾ ਵੀ ਲਿਆ ਹੈ ਮੇਰੇ ਸਹਿਯੋਗੀ ਮਨੋਜ ਰਾਠੀ ਨੇ, ਕਿਉਂਕਿ ਜਿਸ ਤਰੀਕੇ ਦਾ ਇਹ ਹਾਦਸਾ ਹੈ ਤਾਂ ਕਈ ਸਵਾਲ ਅਜੇ ਬਰਕਰਾਰ ਨੇ। चंडीगढ़ के फर्नीचर मार्केट यानी कि चंडीगढ़ और मोहाली के बॉर्डर एरिया पर देर रात एक एक्सीडेंट हुआ था जिसकी सीसीटीवी फुटेज भी सामने आई थी, जिसमें एक युवती स्ट्रे डॉग्स को फीड कर रही थी तो अचानक एक गाड़ी ब्लैक कलर की थार बताई जा रही है जो प्राइमरी अभी तक आया है सीसीटीवी में सामने, अचानक उसको हिट करके वहां से फरार हो जाती है। हालांकि काफी चोटें जो हैं वो युवती को आई थी। तेजस्वी कौशल नाम बताया जा रहा है, लेकिन अभी तक इसमें कोई गिरफ्तारी इस पूरे मामले में नहीं हुई है। न्यूज 18 की टीम जो विक्टिम है उनके घर पहुंची है और जो तेजस्वी कौशल है उनसे भी बातचीत करेंगे कि आखिर हुआ क्या था। हालांकि उनके काफी चोटें आई हैं, उनके बॉडी पर भी काफी इंजरी है, उनके सर पे भी काफी टांके लगे क्योंकि काफी तेज हिट किया था जो गाड़ी थी ब्लैक कलर की। लेकिन बड़ी हैरान कर देने वाली बात यह है कि अभी तक पुलिस की इस इन्वेस्टिगेशन में क्या चीजें सामने आई हैं, ना कोई गिरफ्तारी या ना कोई अभी तक जो गाड़ी है वो ट्रेस की गई है। कोशिश करेंगे बातचीत करने की। तेजस्वी, हुआ क्या था, कितने बजे की बात है? ये 11:40 के अराउंड की बात है। मैं रूटीनली फर्नीचर मार्केट में जाती हूँ वहाँ के स्ट्रीट डॉग्स को फीड करने के लिए। तो मैं साइड पे ही एक डॉग को फीड कर रही थी तो एकदम से मुझे जितना रिकलेक्शन है आके कुछ मुझे हिट करा बहुत ज़ोर से सिर पे। और उसके बाद तो जब मैं अपनी सेंसेस में आई तो मैं हॉस्पिटल में ही थी, बट मैं साइड पे ही रोड के थी, मुझे कुछ उसके बाद आइडिया नहीं लगा। तो रूटीन वाइज आपकी होती है जितना जो स्ट्रीट डॉग? हाँ, बहुत। इट्स बीन 4 years, 3-4 years मैं रोज़ जा रही हूँ वहाँ पे उस साइड पे ही। तो वहाँ के सारे स्ट्रीट डॉग्स को रात को मैं फीड करके आती हूँ। तो आप साइड पे ही थी बिल्कुल जो गाड़ी खड़ी करके, और कौन था आपके साथ?
हाँ, मेरी मम्मा भी मेरे साथ जाते हैं। हाँ, मैं रोड के साइड पे मैंने अपनी कार पार्क करी थी और मैं अपनी कार के पीछे खड़ी हुई थी। अच्छा, तो अचानक कोई हिट हुआ? हाँ, मैं झुकी हुई थी तो एकदम से मेरे सिर पे कुछ लगा और मैं अपनी कार के पास ही, मतलब अपनी कार के साइड पे ही गिर गई। तो जिसने हिट किया था वो रुके वहाँ पे, आपसे आके पूछा हाल चाल या नहीं? मुझे नहीं आइडिया, लेकिन मम्मा थे साथ में तो कोई नहीं रुका। 1 सेकंड में ही वहाँ पे कोई नहीं था, अगले ही सेकंड में नहीं। कहाँ कहाँ इंजरीज हुई हैं आपको? हेड में बहुत मेजर इंजरी है, बहुत ज़्यादा स्टिचेस हैं। लेफ्ट साइड पूरी जिसके उस पे मैं गिरी हूँ वो साइड पे सारी इंजरीज हैं। इंजरीज हैं। तो हॉस्पिटल में एडमिट करवाया गया था आपको फिर? हाँ, फिर सीटी स्कैन वगैरह भी सब बाकी रिपोर्ट्स आनी है तो तब तक के लिए डिस्चार्ज किया उन्होंने। तो पुलिस वगैरह आई थी मौके पर जब ये सारा इंसिडेंट हुआ? उसके बाद कुछ याद? नहीं, कोई नहीं आया था। कॉल भी करा हमने काफ़ी बार, बट फिर हॉस्पिटल में ही हम खुद ही, मतलब मेरे पापा आ गए थे, फिर मैं खुद ही वो मुझे हॉस्पिटल लेके गए। ठीक है। तो बिल्कुल, हालांकि अभी तक जैसे इन्होंने बताया कि अचानक हिट हुआ, तो फादर साहब भी वहां पर मौके पे गए थे, मदर भी साथ थे मौके पर, बल्कि उनसे भी बातचीत करते हैं, क्योंकि उसके बाद हालांकि जैसे बताया उन्होंने कि किस तरह से जो हुआ सारा, अभी तक लेकिन कोई गिरफ्तारी नहीं है। उनके मदर भी हमारे साथ हैं, उनसे भी बातचीत करते हैं। अब मैम, क्योंकि आप भी साथ थे, रूटीन वाइज होती है, आप लोग जाते हैं? जी, हम पिछले कोई 4-5 साल से जा रहे हैं, तो वो हमारा लास्ट ही फीडिंग स्पॉट होता है। मैं तेजस्विता से थोड़ा 100 स्टेप्स दूर एक डॉग को फीड कर रही थी, तो मुझे बहुत ज़ोर से आवाज़ आई, तो मैंने आके देखा तो इसकी बहुत ही बुरी हालत थी, टोटली, मतलब ये ब्लड से इसका सर भरा हुआ था। तो मैंने फिर भी इसमें हिम्मत थी, मतलब ये थोड़ा फेंटेड वाली सिचुएशन में थी, बट उसने मुझे बोला मम्मा आई एम ओके। तो मैंने इधर उधर भाग के लोगों को बोला कि प्लीज़ हेल्प, तो कोई नहीं रुका, तो मैंने तुरंत कार जाके अपना फ़ोन उठाया, अपने हस्बैंड को कॉल करी, क्योंकि हमारा घर थोड़ा ज़्यादा दूरी पे नहीं है कि वो जल्दी आ जाएंगे। पुलिस को भी कॉल करने की कोशिश करी, तो पुलिस मुझे एक नंबर दे रही है कि ये नंबर पे कॉल करो। तो मैंने पुलिस को बोला कि मेरी बेटी यहाँ पे मतलब बहुत ही जख्मी हालत में है, तो आप कॉल करो, मुझे आप क्या नंबर लिखवा रहे हो, मैं नंबर नहीं लूँगी। तो फिर मेरे हस्बैंड आ गए 4-5 मिनट में ही, तो हम इसको हॉस्पिटल लेके चले गए। मतलब समझ नहीं आ रहा था कि सिर पे कितनी जगह पे चोट लगी है, खून कहाँ से आ रहा है, क्या सब कुछ, बट पता नहीं मतलब किसकी दुआ थी या हमारे, whatever, like at present my daughter is okay, बट पता नहीं उसको हीलिंग में कितना टाइम लगेगा, वो मैं कुछ नहीं बता सकती हूँ। बिकॉज मुझे पता है कि पूरी पूरी रात हम लोग जागते रहते हैं। मैं 10-15 मिनट में उससे पूछती रहती हूँ कि तेजस तुम ठीक हो, तेजस तुम ठीक हो, तो बट हमें कोई सपोर्ट नहीं मिली है। मुझे ये लग रहा है कि चलो मतलब हम तो इसको फाइट आउट कर लेंगे कि कोई और फ्यूचर में किसी और के साथ होएगा। जैसे आपने वीडियो भी देखा, इतनी बैडली वो इसको क्रश ही करके चली गई गाड़ी, तो फ्यूचर में किसी और के साथ होगा तो मे बी गॉड इज नॉट दैट काइंड एट दैट वेरी मोमेंट। बिल्कुल मैम, सिचुएशन ऐसी थी। कोई वो जो गाड़ी ने हिट किया था वो रुके या आपने उसको कोई? नहीं रुका, मैं थोड़ी दूरी पे थी ना, मुझे तो आवाज़ ही सुनाई दी। मैंने तो पर्सनली वीडियो से ही देखा है, बिकॉज मैं थोड़ा 100 स्टेप्स आगे एक डॉग को फीड कर रही थी, तो मैं उसको फीडिंग कर भी नहीं पाई। मैं पहुंची तो मुझे बहुत कस के ऐसे आवाज़ आई, तो मुझे लगा कोई डॉग को हिट करके चला गया। मुझे ये इमेजिनेशन में ही नहीं कि किसी पर्सन को ही कोई, मतलब हम तो राइट प्लेस पे थे कि कोई पर्सन को ही हिट करके चला जाएगा। हाँ जी। तो पुलिस का कोई अभी तक, पुलिस की कोई गिरफ्तारी या कोई? नहीं, पुलिस एक्चुअली हमें ही बार बार कॉल कर रही है कि हम ना नंबर नहीं ट्रेस कर पा रहे, गाड़ी इतनी स्पीड से जा रही थी, हम नंबर नहीं ट्रेस कर पा रहे। बारी बारी पुलिस हमको डिस्टर्ब कर रही है, मतलब कि हम अपनी डॉटर को पूरा टाइम, अटेंशन, मेडिकल केयर देना चाहते हैं, थोड़ी थोड़ी आराम देना चाहते हैं उसको, हमको बार बार कॉल करके डिस्टर्ब कर रही है कि हम नंबर नहीं ट्रेस कर पा रहे हैं। सो बिल्कुल, तो बिल्कुल जैसे पेरेंट्स ने भी बताया, हालांकि बड़ी हैरानी की बात यह है कि अभी तक कोई गिरफ्तारी नहीं है, क्योंकि काफी तेज रफ्तार में वो गाड़ी थी, ब्लैक कलर की बताई जा रही है। हालांकि पुलिस जरूर कह रही है कि पूरे जो एरिया की जो सीसीटीवीज है उनको खंगाला जा रहा है। हालांकि काफी स्टिचिंग जो है वो हुई है, काफी टांके लगे हैं सर में।
लेकिन बड़ी हैरानी की बात यह है कि देर रात इस तरह के हादसे, इस तरह के जो आंकड़े भी अगर हम देखें लेट नाइट के, काफी बड़े हैं एक्सीडेंट्स के। तेज रफ्तार का कहर जरूर जो है वो सामने देखने को मिला है, लेकिन इस मामले में जो ये चीजें आई हैं, ये सीसीटीवी आई हैं, इसमें पुलिस क्या करती है ये देखने वाली बात होगी। चंडीगढ़ से कैमरामैन संदीप कुमार के साथ मनोज राठी, न्यूज 18 पंजाब। कार चालक ने नहीं समझी कि रुक के इस लड़की ਨੂੰ ਹਸਪਤਾਲ ਪਹੁੰਚਾਇਆ ਜਾਏ। ਪਰਿਵਾਰ ਕਾਫੀ ਦੁਖੀ ਹੈ, ਪਰੇਸ਼ਾਨ ਹੈ। ਉਹਨਾਂ ਦੀ ਮਾਤਾ ਕਾਫੀ ਭਾਵੁਕ ਨੇ, ਰੋ ਰਹੇ ਨੇ। ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਮਦਦ ਜਿਹੜੀ ਹੈ ਉਹ ਨਹੀਂ ਮਿਲ ਰਹੀ। ਤਾਂ ਚੰਡੀਗੜ੍ਹ ਦੇ ਵਿੱਚ ਹਿੱਟ ਐਂਡ ਰਨ ਕੇਸ ਹੈ। ਦੱਸ ਦਈਏ ਕਿ ਥਾਰ ਹੈ ਇਹ, ਔਰ ਤਸਵੀਰਾਂ ਅਸੀਂ ਇੱਕ ਵਾਰ ਪੂਰੀ ਵਿਸਤਾਰ ਦੇ ਨਾਲ ਸਮਝਦੇ ਹਾਂ ਆਖਿਰਕਾਰ ਇਹ ਹੋਇਆ ਕਿੱਥੇ ਹੈ। ਤਾਂ ਇਹ 53 ਸੈਕਟਰ ਹੈ ਚੰਡੀਗੜ੍ਹ ਦਾ, ਫਰਨੀਚਰ ਮਾਰਕੀਟ ਹੈ। ਅਸੀਂ ਇੱਕ ਪਾਸੇ ਦੇਖ ਰਹੇ ਹਾਂ ਇਹ ਜੋ ਸਮਾਨ ਟਕਿਆ ਹੋਇਆ ਇਹ ਫਰਨੀਚਰ ਹੈ। ਫਰਨੀਚਰ ਮਾਰਕੀਟ ਅਕਸਰ ਇੱਥੋਂ ਲੋਕ ਗੁਜ਼ਰਦੇ ਨੇ, ਅਗਰ ਟਰਾਈ ਸਿਟੀ ਦੇ ਵਿੱਚ ਰਹਿੰਦੇ ਨੇ ਆਲੇ ਦੁਆਲੇ, ਤਾਂ ਫਿਰ ਉਹ ਬਹੁਤ ਅੱਛੀ ਤਰ੍ਹਾਂ ਵਾਕਿਫ ਨੇ ਕਿ ਕਿਵੇਂ ਦਾ ਕਿਹੜਾ ਇਲਾਕਾ ਹੈ। ਤਾਂ ਉਹ ਉੱਥੇ ਜਿਹੜਾ ਪਰਿਵਾਰ ਹੈ, ਇਹ ਲੜਕੀ ਔਰ ਉਹਨਾਂ ਦੇ ਮਦਰ, ਉਹ ਦੱਸ ਰਹੇ ਨੇ ਕਿ ਉਹ ਫੀਡ ਕਰਨ ਦੇ ਲਈ, ਯਾਨੀ ਕਿ ਕੁੱਤਿਆਂ ਨੂੰ ਖਾਣਾ ਖਵਾਉਣ ਦੇ ਲਈ ਰੋਜ਼ਾਨਾ ਜਾਂਦੇ ਨੇ। 3-4 ਸਾਲ ਤੋਂ ਅਜਿਹਾ ਚੱਲ ਰਿਹਾ ਸੀ ਔਰ ਬਿਲਕੁਲ ਉਹ ਸਹੀ ਜਗ੍ਹਾ ਤੇ ਖੜੇ ਨੇ, ਇੱਕ ਪਾਸੇ ਖੜੇ ਨੇ। ਕੁੱਤੇ ਨੂੰ ਖਾਣਾ ਖਵਾ ਰਹੀ ਸੀ ਇਹ ਲੜਕੀ ਔਰ ਉਹਨਾਂ ਦੇ ਮਾਤਾ ਕੁਝ ਦੂਰੀ ਤੇ ਸਨ। ਪਰ ਜਿਵੇਂ ਹੀ ਇਹ ਥਾਰ ਤੇਜ਼ ਰਫ਼ਤਾਰ ਆ ਰਹੀ ਹੈ ਔਰ ਇੱਕਦਮ ਤੋਂ ਇਸ ਲੜਕੀ ਨੂੰ ਹਿੱਟ ਕਰਕੇ ਚਲੀ ਜਾਂਦੀ ਹੈ, ਯਾਨੀ ਕਿ ਇਸ ਲੜਕੀ ਨੂੰ ਫੇਟ ਮਾਰੀ ਔਰ ਇਹ ਥਾਰ ਚਾਲਕ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਉਹਨਾਂ ਦੇ ਮਾਤਾ ਨੂੰ ਨਿਦਰ ਸਮਝ ਨਹੀਂ ਆਇਆ ਕਿ ਕਿਸ ਤਰੀਕੇ ਦਾ ਇਹ ਹਾਦਸਾ ਕਿਸ ਦੇ ਨਾਲ ਵਾਪਰਿਆ। ਤਾਂ ਫਿਰ ਜਿਸ ਤੋਂ ਬਾਅਦ ਉਹਨਾਂ ਨੇ ਵੇਖਿਆ ਤਾਂ ਖੂਨ ਦੇ ਨਾਲ ਲੱਥਪੱਥ ਉਹਨਾਂ ਦੀ ਬੇਟੀ ਪਈ ਸੀ। ਤਾਂ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਪਤੀ ਨੂੰ ਕਾਲ ਕੀਤੀ ਤਾਂ ਫਿਰ ਹਸਪਤਾਲ ਲੈ ਕੇ ਆਂਦਾ ਗਿਆ। ਪਰ ਉਹਨਾਂ ਦੀ ਮਾਤਾ ਦਾ ਇਹ ਕਹਿਣਾ ਹੈ, ਇਹ ਪਰਿਵਾਰ ਇਲਜ਼ਾਮ ਲਗਾ ਰਿਹਾ ਕਿ ਕਿਸੇ ਕਿਸਮ ਦੀ ਕੋਈ ਮਦਦ ਜਿਹੜੀ ਹੈ ਔਨ ਦੀ ਸਪੋਟ ਪੁਲਿਸ ਨੇ ਨਹੀਂ ਕੀਤੀ, ਨਾ ਹੀ ਕਿਸੇ ਹੋਰ ਨੇ ਸਾਡੀ ਮਦਦ ਹੁਣ ਤੱਕ ਵੀ ਕੀਤੀ ਹੈ। ਹਾਲਾਂਕਿ ਪੁਲਿਸ ਬਾਰ-ਬਾਰ ਸਾਨੂੰ ਹੀ ਕਹਿ ਰਹੀ ਹੈ ਕਿ ਪਛਾਣ ਨਹੀਂ ਹੋ ਰਹੀ। ਖੈਰ ਅੱਗੇ ਵਧਾਂਗੇ ਔਰ ਚੱਲਾਂਗੇ ਤਾਂ ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ। ਐਕਸੀਡੈਂਟ ਦੇ ਵਿੱਚ ਜ਼ਖਮੀ ਦੀ ਮਦਦ ਕਰਨ ਵਾਲੇ ਨੂੰ ਇਨਾਮ ਮਿਲੇਗਾ। ਇਸ ਵੇਲੇ ਦੀ ਵੱਡੀ ਖਬਰ ਹੈ, ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ। ਜ਼ਖਮੀ ਨੂੰ ਜੇਕਰ ਹਸਪਤਾਲ ਪਹੁੰਚਾਇਆ ਜਾਏਗਾ ਤਾਂ ਫਿਰ ਉਸ ਨੂੰ 2000 ਰੁਪਏ ਮਿਲਣਗੇ। ਮਰੀਜ਼ ਦੇ ਇਲਾਜ ਦਾ ਵੀ ਸਾਰਾ ਖਰਚਾ ਸਰਕਾਰ ਚੁੱਕੇਗੀ। ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ। ਬਹੁਤ ਸਾਰੇ ਹਾਦਸੇ ਅਸੀਂ ਦੇਖਦੇ ਹਾਂ, ਬਹੁਤ ਸਾਰੀਆਂ ਘਟਨਾਵਾਂ ਦੇਖਦੇ ਹਾਂ ਜਦੋਂ ਜਿਹੜਾ ਜ਼ਖਮੀ ਹੈ ਉਹ ਸੜਕ ਤੇ ਪਿਆ ਰਹਿ ਜਾਂਦਾ ਤਾਂ ਫਿਰ ਇਸ ਕਰਕੇ ਵੀ ਕਈ ਲੋਕ ਜਿਹੜੇ ਆ ਉਸ ਨੂੰ ਹਸਪਤਾਲ ਨਹੀਂ ਲੈ ਕੇ ਜਾਂਦੇ ਤਾਂ ਕਿ ਕੋਈ ਇਲਜ਼ਾਮ ਉਹਨਾਂ ਤੇ ਨਾ ਲੱਗ ਜਾਵੇ, ਕਿਸੇ ਕਿਸਮ ਦੀ ਪਰੇਸ਼ਾਨੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਨਾ ਚੱਲਣੀ ਪਵੇ। ਤਾਂ ਇਸ ਕਰਕੇ ਕਹਿ ਸਕਦੇ ਆ ਕਿ ਇੱਕ ਵੱਡਾ ਐਲਾਨ ਬਹੁਤ ਅਹਿਮੀਅਤ ਰੱਖਦਾ, ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੀ ਖਬਰ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜੇਕਰ ਕੋਈ ਹਾਦਸਾ ਹੋਇਆ ਔਰ ਉਸ ਦੇ ਵਿੱਚ ਕੋਈ ਜ਼ਖਮੀ ਹੋਇਆ, ਜੇਕਰ ਉਸ ਦੀ ਕੋਈ ਮਦਦ ਕਰੇਗਾ, ਉਸ ਨੂੰ ਹਸਪਤਾਲ ਲੈ ਕੇ ਜਾਵੇਗਾ ਤਾਂ ਫਿਰ ਉਸ ਨੂੰ 2000 ਰੁਪਏ ਦਿੱਤੇ ਜਾਣਗੇ। ਸਰਕਾਰ ਦੇ ਵੱਲੋਂ ਉਸ ਨੂੰ 2000 ਰੁਪਏ ਮਿਲਣਗੇ ਔਰ ਮਰੀਜ਼ ਦਾ ਜਿਹੜਾ ਸਾਰਾ ਇਲਾਜ ਹੈ ਉਸ ਦਾ ਖਰਚਾ ਸਰਕਾਰ ਚੁੱਕੇਗੀ। ਤਾਂ ਬਹੁਤ ਅਹਿਮ ਐਲਾਨ ਅਸੀਂ ਇਸ ਨੂੰ ਮੰਨ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਹਾਦਸੇ ਰੋਜ਼ਾਨਾ ਵਾਪਰਦੇ ਨੇ, ਰੋਜ਼ਾਨਾ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਦੋਂ ਮਰੀਜ਼ ਜਿਹੜਾ ਹੈ ਉਸ ਬਿਨਾਂ ਇਲਾਜ ਹੀ ਦਮ ਤੋੜ ਦਿੰਦਾ ਹੈ। ਇਸ ਕਰਕੇ ਉਸ ਦੀ ਜਾਨ ਚਲੀ ਜਾਂਦੀ ਹੈ ਕਿਉਂਕਿ ਮੌਕੇ ਤੇ ਆ ਕੇ ਕਿਸੇ ਨੇ ਉਸ ਨੂੰ ਹਸਪਤਾਲ ਨਹੀਂ ਪਹੁੰਚਾਇਆ, ਮੌਕੇ ਤੇ ਆ ਕੇ ਉਸ ਨੂੰ ਕਿਸੇ ਨੇ ਇਲਾਜ ਨਹੀਂ ਦਿੱਤਾ ਔਰ ਉਸ ਦੀ ਕੋਈ ਮਦਦ ਨਹੀਂ ਕੀਤੀ ਤਾਂ ਇਸ ਕਰਕੇ ਉਸ ਦੀ ਜਾਨ ਚਲੀ ਜਾਂਦੀ ਹੈ। ਬਹੁਤ ਵਾਰ ਅਜਿਹੇ ਮਾਮਲੇ ਸਾਹਮਣੇ ਵੀ ਆਏ ਨੇ ਤਾਂ ਇਹ ਵੱਡਾ ਐਲਾਨ ਕੀਤਾ ਗਿਆ। ਗੱਡੀਆਂ ਨੇ ਜਿੰਨੇ ਵੀ ਮੋਟਰਸਾਈਕਲ ਨੇ ਫਸਟ ਏਡ ਦੀ ਜਿਹੜੀ ਕਿੱਟ ਹੈ ਉਹ ਹਰੇਕ ਗੱਡੀ 'ਚ ਰੱਖਣੀ ਚਾਹੀਦੀ ਹੈ। ਮੈਂ ਪਿਛਲੇ 25 ਸਾਲ ਤੋਂ ਹੀ ਫਸਟ ਏਡ ਦੀ ਕਿੱਟ ਆਪਣੀ ਗੱਡੀ 'ਚ ਰੱਖਦਾ। ਮੈਂ ਪਤਾ ਹੀ ਨਹੀਂ ਕਿੰਨੇ ਜਦੋਂ ਐਕਸੀਡੈਂਟ ਹੋਇਆ ਪਿਆ ਹੁੰਦਾ ਸਭ ਤੋਂ ਪਹਿਲਾਂ ਗੱਡੀ ਰੋਕ ਕੇ ਅਸੀਂ ਉਹ 'ਚ ਕੀ ਹੈ, ਡੈਟੋਲ ਹੈ, ਕਾਟਨ ਹੈ, ਪੱਟੀ ਹੈ, ਇੱਕ ਪੇਨ ਕਿਲਰ ਹੈ, ਇੱਕ ਬਰਨਿੰਗ ਵਾਲਾ ਜਿਹੜਾ ਟਿਊਬ ਹੈ ਉਹ ਹੈ, ਬਸ ਦੈਟਸ ਇਟ। ਪਰ ਇੰਨੇ ਨਾਲ ਉਹਦਾ ਬਲੱਡ ਰੁਕ ਗਿਆ, ਪੇਨ ਘਟ ਗਈ ਤੇ ਉਹਨੂੰ ਹੈਲਪ ਮਿਲ ਗਈ ਤੇ ਉਹ ਹਸਪੀਟਲ ਪਹੁੰਚ ਗਿਆ ਤਾਂ ਉਹਦੀ ਜਾਨ ਬਚ ਜਾਂਦੀ। ਇੰਨੇ ਨਾਲ ਅਸੀਂ ਕੋਈ ਐਡਰੈਸ ਵੀ ਨਹੀਂ ਪੁੱਛਦੇ ਕਿ ਉਹਤੇ ਕੋਈ ਸਾਨ ਕਰੀਏ, ਇਹ ਤਾਂ ਸੇਵਾ ਹੈ। ਸੋ ਆਪਣੀ ਗੱਡੀ 'ਚ ਆਪਣੇ ਵੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਿਉਂ ਫਸਟ ਏਡ ਦੀ ਕਿੱਟ ਜ਼ਰੂਰ ਰੱਖਣ। ਹੁਣ ਤਾਂ ਆਪਾਂ ਤਾਂ ਉਹ ਵੀ ਫਰਿਸ਼ਤੇ ਸਕੀਮ ਵੀ ਸ਼ੁਰੂ ਕਰ ਰੱਖੀ ਹੈ ਕਿ ਡਰਨਾ ਨਹੀਂ ਹੈਗਾ ਯਾਰ ਸਾਡੇ ਗੱਲ ਪੈ ਜਾਊਗਾ। ਇਹ ਜਿਹੜਾ ਮਾਈਂਡ ਸੈਟ ਬਣਿਆ ਹੋਇਆ ਨਾ
ਤੁਸੀਂ ਉਹਨੂੰ ਪਹੁੰਚਾਓ, ਚਾਹੇ ਪ੍ਰਾਈਵੇਟ ਹਸਪੀਟਲ 'ਚ ਪਹੁੰਚਾ ਦਿਓ, 2000 ਰੁਪਈਆ ਉਹਨੂੰ ਇਕੱਲੇ ਪਹੁੰਚਾਉਣ ਦਾ ਗਵਰਨਮੈਂਟ ਵੱਲੋਂ ਦਿੱਤਾ ਜਾਊਗਾ। ਜਿੱਥੇ ਮਰਜ਼ੀ ਉਹਨੂੰ, ਜਿਹੜਾ ਨੀਅਰੈਸਟ ਹਸਪੀਟਲ ਹੈ ਉਹਨੂੰ ਉੱਥੇ ਪਹੁੰਚਾ ਦਿਓ, ਅੱਗੇ ਉਹਦਾ ਖਰਚਾ ਸਾਰਾ ਸਰਕਾਰ ਕਰੂਗੀ, ਚਾਹੇ ਪ੍ਰਾਈਵੇਟ ਹੈ ਚਾਹੇ ਜਿਹੜਾ ਮਰਜ਼ੀ ਹਸਪੀਟਲ ਹੈ। ਇੱਕ ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ। ਤਾਂ ਸੀਐਮ ਨੇ ਇਹ ਵੱਡਾ ਐਲਾਨ ਕੀਤਾ। ਇੱਕ ਬ੍ਰੇਕ ਦੇ ਲਈ ਰੁਕ ਰਹੇ ਹਾਂ।